करके राम शब्द लिखियां इट्टां पुट्टियां जान। क्योंकि राम शब्द, वाहिगुरु शब्द, अकाल शब्द, गोबिंद शब्द, बीठल शब्द, कृष्ण शब्द, खुदा शब्द, करीम शब्द, रहीम शब्द, सारे शब्दां नूं गुरु ग्रंथ साहिब जी दे अंदर थां दित्ती गई। ते जे सतनाम वाहिगुरु लिख के, अल्लाह शब्द लिख के पैरां च नहीं रखिया जा सकदा ते फिर राम शब्द लिख के नालियां ते इट्टां किवें लाइयां जा सकदियां? किसे दियां भावनावां नाल खिलवाड़ करके फसाद खड़े करने, ये बहुत घटिया किस्म की राजनीति है। असीं नहीं चाहुंदे ये होवे। नंबर 2, अज तो 10 सालां नूं 20 सालां नूं शरारती बंदे जिन्हां दा धर्म कोई नहीं, वो इकट्ठे हो के आ जाण, वेखो जी इत्थों पिटाई करो, इत्थों राम शब्द दीयां इट्टां निकलणगीਆਂ। क्योंकि ये हरमंदर साहिब दुर्गियाने मंदिर की नकल मारी हुई है, ना कि हरमंदर की नकल दुर्गियाना मंदिर की हुई। उन्होंने इत्थे भी फसाद खड़ा करके आउण वालियां पुश्तां नूं एक बड़ा वड्डा घल्लूघारा देना है, जिहदे तो बचण लई, सुचेत रहण लई असीं पंथ नूं अपील करदे, भाई सिखो सारे दे सारे लामबंद हो के श्रोमणी गुरुद्वारा प्रबंधक कमेटी ते बादलकियां नूं पुछो, ਉਹ ਜਿਹੜੀਆਂ ਰਾਮ ਸ਼ਬਦ ਲਿਖੀਆਂ ਇੱਟਾਂ ਸੀ ਉਹ ਪੁੱਟੀਆਂ ਜਾਣ। ਨਹੀਂ ਪੁੱਟੋਗੇ 21 ਜੂਨ ਤੱਕ ਸਮਾਂ ਦਿੰਨੇ ਅਸੀਂ, ਔਰ 21 ਜੂਨ ਨੂੰ ਅਸੀਂ ਖੁਦ ਅਰਦਾਸ ਕਰਕੇ ਉੱਥੇ ਪਹੁੰਚਾਂਗੇ, ਆਪ ਪੁੱਟਾਂਗੇ, ਤਸੱਲੀ ਕਰਾਂਗੇ, ਲਾਈਵ ਕਰਾਂਗੇ ਸਾਰਾ ਕੁਛ। ਔਰ ਜਿਹਦੇ ਬਾਬਤ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਨੂੰ ਵੀ ਲਿਖਿਆ ਜਾਊ, ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਜਾਊ। ਅਗਰ ਉੱਥੇ ਇਹਨਾਂ ਵੱਲੋਂ ਕੋਈ ਕਿਸੇ ਕਿਸਮ ਦੀ ਸਾਡੇ ਨਾਲ ਕੋਈ ਵਧੀਕੀ ਕੀਤੀ ਗਈ, ਉਹਦੇ ਲਈ ਜ਼ਿੰਮੇਵਾਰ ਸਿੱਧ ਮਸਿੱਧੀ ਮੁੱਖ ਮੰਤਰੀ ਹੋਣਗੇ, ਪ੍ਰਸ਼ਾਸਨ ਹੋਊ, ਤੇ ਇਹ ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲ ਕੇ ਹੋਣਗੇ। 21 ਜੂਨ ਤੱਕ ਅਸੀਂ ਸਮਾਂ ਦਿੰਨੇ ਆ ਤਾਂ ਕਿ ਇਹ ਜਿਹੜਾ ਵਿਵਾਦ 20 ਸਾਲਾਂ ਨੂੰ 50 ਸਾਲਾਂ ਨੂੰ ਵੱਡੇ ਪੱਧਰ ਤੇ ਪੈਣਾ ਹੈ, ਉਹਨੂੰ ਅੱਜ ਹੀ ਇੱਥੇ ਸਮੇਟ ਦਿੱਤਾ ਜਾਏ। ਅਸੀਂ ਨਹੀਂ ਚਾਹੁੰਦੇ ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਵੇ ਤੇ ਕਿਸੇ ਸ਼ਰਾਰਤੀ ਅਨਸਰ ਨੂੰ ਗੱਲ ਕਰਨ ਦਾ ਕੋਈ ਮੌਕਾ ਮਿਲੇ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣਦੇ ਹੋਏ ਤਹਿਤ ਅਸੀਂ ਅੱਜ ਪੰਥਕ ਹੋ ਕੇ ਤੋਂ ਪੱਤਰਕਾਰ ਮਿਲਣੀ ਰਾਹੀਂ ਇਹ ਸੁਨੇਹਾ ਸਿੱਖ ਸੰਗਤਾਂ ਨੂੰ ਦਿੰਦੇ ਹਾਂ। ਅੱਜ ਜਿਹੜੀ ਕਾਨਫਰੰਸ ਬੁਲਾਈ ਗਈ ਆ, ਇਸ ਦਾ ਕੀ ਮੁੱਖ ਏਜੰਡਾ ਕੀ? ਅੱਜ ਪ੍ਰੈਸ ਮਿਲਣੀ ਦਾ ਏਜੰਡਾ ਇਹ ਸੀਗਾ, ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਮਾਰਚ ਦੇ ਮਹੀਨੇ 'ਚ ਗਿਆਨੀ ਹਰਪ੍ਰੀਤ ਸਿੰਘ ਵਾਲੀ ਬਾਈ ਵਿਖੇ ਕਾਰ ਸੇਵਾ ਹੁੰਦੀ ਹੈ। ਉਸ ਕਾਰ ਸੇਵਾ ਦੌਰਾਨ ਰਾਮ ਸ਼ਬਦ ਲਿਖੀਆਂ ਇੱਟਾਂ ਜਿਹੜੀਆਂ ਨੇ ਨਾਲੀਆਂ ਚਲਾਈਆਂ ਜਾਂਦੀਆਂ, ਜਿਹਦਾ ਇੱਕ ਲੁਧਿਆਣੇ ਤੋਂ ਛਪਦੇ ਅਖਬਾਰ ਵਿੱਚ ਖੁਲਾਸਾ ਕੀਤਾ ਗਿਆ, ਟੀਵੀ ਚੈਨਲ ਤੇ ਖਬਰ ਚੱਲੀ। ਉਸ ਦਾ ਵਿਰੋਧ ਅਸੀਂ ਵੱਡੇ ਪੱਧਰ ਤੇ ਕਰਕੇ ਉਹ ਇੱਟਾਂ ਮੜਵਾਈਆਂ ਤੇ ਜਿਹੜੀਆਂ ਲੱਗੀਆਂ ਸੀ ਪਟਵਾਈਆਂ ਵੀ, ਕੁਛ ਇਹਨਾਂ ਨੇ ਰਹਿਣ ਦਿੱਤੀਆਂ, ਔਰ ਸਾਨੂੰ ਇਹ ਤਸੱਲੀ ਦਵਾਈ ਗਈ ਕਿ ਅਸੀਂ ਉਹ ਸਾਰੀਆਂ ਪੁੱਟ ਦਿੱਤੀਆਂ। ਅਸੀਂ ਮੰਨ ਲਿਆ, ਜੇ ਪੁੱਟ ਦਿੱਤੀਆਂ ਸੀਗੀਆਂ, ਅੱਜ 3 4 5 ਮਹੀਨਿਆਂ ਬਾਅਦ ਮੁੜ ਅੱਜ ਫਿਰ ਇੱਕ ਗੁਰਵਿੰਦਰ ਸਿੰਘ ਮੈਨੇਜਰ ਜਿਹੜੇ ਪਹਿਲਾਂ ਰਹਿ ਚੁੱਕੇ ਨੇ, ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ, ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਸੰਗਤਾਂ ਨੂੰ ਗੁੰਮਰਾਹ ਕੀਤਾ ਗਿਆ ਆ। ਜਦੋਂ ਰਾਮ ਸ਼ਬਦ ਲਿਖੀਆਂ ਇੱਟਾਂ ਉੱਥੇ ਪਹੁੰਚੀਆਂ, ਸਾਡੇ ਮੁਲਾਜ਼ਮਾਂ ਨੇ ਵੇਖੀਆਂ ਤੇ ਨਾਲ ਦੀ ਨਾਲ ਹੀ ਉਹ ਮੋੜ ਦਿੱਤੀਆਂ ਗਈਆਂ। ਇਹ ਝੂਠ ਦੋ ਤਰ੍ਹਾਂ ਦੇ ਬਿਆਨ ਨੇ, ਪੁੱਟੀਆਂ ਗਈਆਂ, ਲੱਗੀਆਂ ਹੀ ਨਹੀਂ, ਇਹ ਦੋ ਗੱਲਾਂ ਹੋ ਗਈਆਂ। ਹੁਣ ਇੱਥੇ ਇਹਨਾਂ ਦਾ ਝੂਠ ਜਿਹੜਾ ਸੀ ਸਾਹਮਣੇ ਆਇਆ ਆ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਰਾਮ ਸ਼ਬਦ ਲਿਖ ਕੇ ਨਾਲੀਆਂ ਚਲਾਉਣਾ ਵੀ ਓਡਾ ਹੀ ਗੁਨਾਹ ਹੈ ਜਿੱਡਾ ਗੁਨਾਹ ਇੱਕ ਓੰਕਾਰ ਲਿਖ ਕੇ ਲਾਉਣਾ। ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਮਾਰਨੀ ਇਹ ਬਹੁਤ ਦੁਬਦਾ, ਬੜੀ ਵੱਡੀ ਮਾੜੀ ਗੱਲ ਹੈ। ਰਾਮ ਸ਼ਬਦ, ਖੁਦਾ ਸ਼ਬਦ, ਬੀਠਲ ਸ਼ਬਦ, ਗੋਬਿੰਦ ਸ਼ਬਦ, ਅਕਾਲ ਸ਼ਬਦ, ਖੁਦਾ ਸ਼ਬਦ, ਵਾਹਿਗੁਰੂ ਸ਼ਬਦ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਆਪਣੇ 'ਚ ਲਈ ਬੈਠੇ, ਜਿਹਦਾ ਪ੍ਰਕਾਸ਼ ਹਰਮੰਦਰ ਸਾਹਿਬ ਦੇ ਅੰਦਰ ਹੈ। ਉਹ ਸ਼ਬਦ ਫਿਰ ਨਾਲੀਆਂ 'ਚ ਕਿਵੇਂ? ਇਹ ਗਲਤ ਗੱਲ ਹੈ, ਇੱਥੇ ਨਹੀਂ ਹੋਣਾ ਚਾਹੀਦਾ। ਜੋ ਕਿ ਆਉਣ ਵਾਲੇ ਦਿਨਾਂ 'ਚ ਵੱਡਾ ਵਿਵਾਦਿਤ ਮੁੱਦਾ ਬਣ ਕੇ ਇੱਕ ਬੜੇ ਵੱਡੇ ਘਟਨਾਕ੍ਰਮ ਘੱਲੂਘਾਰੇ ਨੂੰ ਜਨਮ ਦੇ ਸਕਦਾ ਹੈ। ਭਾਈ ਸਾਹਿਬ, ਜਿਹੜੀਆਂ ਇੱਟਾਂ ਜਿੱਥੋਂ ਬਣ ਕੇ ਆਈਆਂ ਕੋਈ ਪੱਠੇ ਤੋਂ, ਉਸ ਬਾਰੇ ਕੋਈ ਪਤਾ ਲੱਗਾ, ਕੋਈ ਕੀ ਸਿਆਸੀ ਖੇਡ ਹੈ ਦੇ ਪਿੱਛੇ? ਹਾਂ, ਉਹ ਵੀ ਮੈਂ ਤੁਹਾਡੇ ਨਾਲ ਗੱਲ ਕਰਦਾ
ਹੁਣ ਉਹ ਇੱਟਾਂ ਜਿਹੜੀਆਂ ਸੀ ਸ਼ਬਦ ਲਿਖਿਆ ਨਹੀਂ ਲਾਇਆ ਜਾ ਸਕਦਾ, ਪੁੱਟਣੀਆਂ ਚਾਹੀਦੀਆਂ ਸੀਗੀਆਂ। ਨੰਬਰ 2, ਕੋਈ ਕੱਲ ਨੂੰ ਸਿਰ ਫਿਰੇ ਲੋਕ ਜਿਨ੍ਹਾਂ ਦਾ ਧਰਮ ਹੀ ਕੋਈ ਨਹੀਂ, ਉਹ ਇੱਥੇ ਆ ਕੇ ਕਹਿਣ ਜੀ ਇਹ ਹਰਿਮੰਦਰ ਸਾਹਿਬ ਨਹੀਂ, ਤੇ ਸਾਡਾ ਮੰਦਰ ਹੈ, ਪੁੱਟੋ ਇੱਥੋਂ। ਆਹ ਦੇਖੋ ਜੀ ਰਾਮ ਸ਼ਬਦ ਲਿਖੀਆਂ ਇੱਟਾਂ ਨਿਕਲ ਰਹੀਆਂ ਨੇ, ਤੁਸੀਂ ਤੇ ਸਾਡੇ ਮੰਦਰ ਦੀ ਨਕਲ ਮਾਰੀ ਹੋਈ ਹੈ। ਉਹ ਗੱਲ ਉਹਨੂੰ ਲੈ ਕੇ ਜਾਣਗੇ। ਜਿਹੜਾ ਫਸਾਦ ਕੱਲ ਨੂੰ ਹੋਣਾ ਆ ਉਹਨੂੰ ਅੱਜ ਹੀ ਖਤਮ ਕਰਨ ਲਈ ਅਸੀਂ ਪ੍ਰੈਸ ਮਿਲਣੀ ਇਸ ਲਈ ਬੁਲਾਈ ਆ ਕਿ ਤੁਹਾਡੇ ਜ਼ਰੀਏ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਜਾਏ, ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲ ਕੇ ਗੁੰਮਰਾਹ ਕਰ ਰਹੇ ਨੇ, ਇਹਨਾਂ ਦੇ ਝੂਠ ਤੋਂ ਸੁਚੇਤ ਹੋਇਓ ਔਰ 21 ਜੂਨ ਤੱਕ ਇਹਨਾਂ ਨੂੰ ਸਮਾਂ ਦਿੰਦੇ ਆ। ਉਹ ਇੱਟਾਂ ਰਾਮ ਸ਼ਬਦ ਲਿਖੀਆਂ ਜੇ ਪੁੱਟ ਦਿੱਤੀਆਂ ਨੇ ਤਾਂ ਵੀ, ਨਹੀਂ ਪੁੱਟੀਆਂ ਤੇ ਤਾਂ ਵੀ ਉਸ ਜਗ੍ਹਾ ਦੀ ਖੁਦਾਈ ਕਰਕੇ ਉਹਨੂੰ ਲਾਈਵ ਵਿਖਾਇਆ ਜਾਏ ਤਾਂ ਕਿ ਇਹ ਕੋ ਡਾਕੂਮੈਂਟ ਬਣਾ ਕੇ ਸੇਵ ਕਰ ਲਿਆ ਜਾਏ, ਆਉਣ ਵਾਲੇ ਸਮੇਂ 'ਚ ਫਸਾਦ ਨਾ ਹੋਵੇ। ਨਹੀਂ ਕਰਦੇ 21 ਜੂਨ ਨੂੰ ਜਿੱਥੇ ਅਸੀਂ ਪੰਜਾਬ ਸਰਕਾਰ, ਭਗਵੰਤ ਸਿੰਘ ਮਾਨ, ਪੁਲਿਸ ਪ੍ਰਸ਼ਾਸਨ ਨੂੰ ਪੱਤਰ ਦਿਆਂਗੇ, ਅਸੀਂ ਆਪ ਚੱਲ ਕੇ ਉਸ ਜਗ੍ਹਾ ਦੀ ਖੁਦਾਈ ਵੀ ਕਰਾਂਗੇ, ਲਾਈਵ ਵੀ ਵਿਖਾਵਾਂਗੇ, ਤਸੱਲੀ ਹੋਣ ਤੋਂ ਬਾਅਦ ਜਿਉਂ ਦੀ ਤਿਉਂ ਨੂੰ ਬਣਾ ਕੇ ਵੀ ਦਿਆਂਗੇ। ਅਗਰ ਉਹਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਉਹਦੇ ਲਈ ਜ਼ਿੰਮੇਵਾਰ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਔਰ ਦਰਬਾਰ ਸਾਹਿਬ ਤੇ ਇਹ ਕਾਬਜ ਬਾਦਲ ਕੇ ਹੋਣਗੇ। ਰਹੀ ਗੱਲ ਜਿਹੜੀ ਆਪ ਜੀਆਂ ਨੇ ਵੀ ਇੱਟਾਂ ਕਿੱਥੋਂ ਆਈਆਂ, ਉਹ ਇੱਟਾਂ ਜਿਸ ਵੀ ਕਾਰ ਸੇਵਾ ਵਾਲੇ ਬਾਬੇ ਨੂੰ ਸੇਵਾ ਦਿੱਤੀ ਇਹਨਾਂ ਨੇ, ਇਹ ਦੱਸਣ ਕਿਹੜੇ ਭੱਠੇ ਤੋਂ ਆਈਆਂ, ਕਿੰਨੀਆਂ ਆਈਆਂ, ਕਿੰਨੀਆਂ ਲੱਗੀਆਂ ਤੇ ਕਿੰਨੀਆਂ ਮੋੜੀਆਂ ਗਈਆਂ, ਉਹ ਸਾਰੇ ਬਿੱਲ ਇਹਨਾਂ ਦੇ ਕੋਲੇ, ਉਹ ਇਹੀ ਦੱਸ ਸਕਦੇ ਨੇ। ਉਹ ਨਸ਼ਰ ਕਰਨੇ ਵੀ ਗੱਲ 21 ਜੂਨ ਤੱਕ ਕਿ ਇੰਨੀਆਂ ਇੱਟਾਂ ਆਈਆਂ ਸੀ, ਇੰਨੀਆਂ ਲੱਗੀਆਂ ਸੀ, ਇੰਨੀਆਂ ਪੁੱਟੀਆਂ ਗਈਆਂ ਤੇ ਇੰਨੀਆਂ ਵਾਪਸ ਮੋੜੀਆਂ ਗਈਆਂ। ਇਹ ਸੱਚਾਈ ਜਿਹੜੀ ਹੈ ਸ਼੍ਰੋਮਣੀ ਕਮੇਟੀ ਤੇ ਕਾਬਜ ਇਹ ਲੋਕ ਦੱਸਣ। ਜਿਸ ਤਰ੍ਹਾਂ ਭਾਈ ਸਾਹਿਬ ਪਿਛਲੀ ਦਿਨੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਲਾਇਸੈਂਸ ਹਥਿਆਰਾਂ ਸੰਬੰਧੀ ਗੱਲਬਾਤ ਕੀਤੀ ਗਈ ਹੈ, ਉਸ ਸੰਬੰਧੀ ਕੀ ਕਹਿਣਾ ਚਾਹੁੰਦੇ? ਉਹ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਕੇਵਲ ਬਾਦਲ ਕੇ ਚਲੇ ਗਏ ਨੇ ਕੌਮਾਂ 'ਚ। ਇਹ ਹੁਣ ਇਸ ਤਰ੍ਹਾਂ ਦੇ ਬੇਤੁਕੇ ਬਿਆਨ ਦੇ ਕੇ ਤੇ ਉਹਨੂੰ ਆਕਸੀਜਨ ਦੇ ਰਿਹਾ, ਹੋਰ ਕੁਛ ਨਹੀਂ। ਕਿ ਸਰਕਾਰ ਨੂੰ ਇੰਜ ਲੱਗੇ ਕਿ ਸਾਡੇ ਵਿਰੋਧ 'ਚ ਹੈ ਤੇ ਲੋਕਾਂ ਨੂੰ ਇੰਜ ਲੱਗੇ ਕਿ ਸਾਡੇ ਫੇਵਰ 'ਚ ਖੜ ਗਿਆ ਜਥੇਦਾਰ, ਜਦ ਕਿ ਇਹ ਕੋਰਾ ਝੂਠ ਹੈ। ਰਹੀ ਗੱਲ ਸ਼ਸਤਰ ਦੀ, ਗੁਰੂ ਨਾਨਕ ਸਾਹਿਬ ਜੀ ਨੇ ਡਾਂਗ ਵੀ ਹੱਥ 'ਚ ਰੱਖੀ ਤੇ ਪੋਥੀ ਵੀ ਰੱਖੀ। ਡਾਂਗ ਮਾਰ ਸਾਹਿਬ, ਆਸਾ ਹੱਥ, ਛੋਟਾ ਵੀ ਰੱਖਿਆ। ਹੁਣ ਸ਼ਸਤਰ ਤੇ ਸ਼ਾਸਤਰ, ਕਲਮ ਤੇ ਕਿਰਪਾਨ, ਇਹ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪਰੋਸ ਕੇ ਦਿੱਤੀਆਂ ਗਈਆਂ ਸਿੱਖ ਜਗਤ ਵਿੱਚ। ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੀਕਰ ਸਿੱਖ ਜਿਹੜਾ ਹੈ, ਉਹ ਸ਼ਾਮ ਸਿੰਘ ਅਟਾਰੀ ਸ਼ਹੀਦ ਹੋਏ ਨੇ, ਉਹਨਾਂ ਕਿਰਪਾਨ ਨਹੀਂ ਛੱਡੀ ਜੀ। ਤੱਤਾ ਘਿਓ ਪਾ ਕੇ, ਤੇਲ ਪਾ ਕੇ ਹੱਥ 'ਚੋਂ ਛਡਾਈ ਗਈ। ਸਿੱਖ ਤੇ ਮਰਿਆ ਹੋਇਆ ਵੀ ਸ੍ਰੀ ਸਾਹਿਬ ਨਹੀਂ ਛੱਡਦਾ। ਤੇ ਅੱਜ ਤੈਨੂੰ ਕਿਹੜਾ ਖਤਰਾ ਪੈ ਗਿਆ ਤੇ ਕਿਹੜੀ ਲੋੜ ਪੈ ਗਈ ਵੀ ਤੁਸੀਂ ਐਡਾ ਜੰਗ ਲੜਨ ਚੱਲੇ ਹੋ, ਵੀ ਤਗੜੇ ਹੋ ਜੋ, ਜੰਗੀ ਪੱਧਰ ਤੇ ਤਿਆਰੀ ਕਰ ਲਓ। ਤੇ ਜਿਨ੍ਹਾਂ ਨੂੰ ਹਥਿਆਰ ਰੱਖਣ ਦੀ ਨਸੀਹਤ ਦੇ ਰਿਹਾ ਹੈ ਬੇਬੀ ਜਥੇਦਾਰ ਸਾਹਿਬ ਜੀਓ, ਉਹ ਤਾਂ ਤੁਹਾਡੇ ਬਾਦਲ ਕੋੜਮੇ ਨੇ 95% ਚਿੱਟੇ ਨਾ ਮਾਰ ਦਿੱਤੇ ਆ। ਚਿੱਟੇ ਨਾ ਮਰੇ ਹੋਏ ਨੌਜਵਾਨਾਂ ਨੂੰ ਹੁਣ ਕਿਹੜੇ ਹਥਿਆਰ ਫੜਾਉਣੇ ਨੇ ਤੁਸੀਂ? ਤੇ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਚੁਕਾ ਕੇ ਵੇਖ ਲਏ ਸੀ, ਉਦੋਂ ਤੁਸੀਂ ਕੀ ਕਰ ਲਿਆ? ਇਸ ਲਈ ਇਹ ਅਧੂਰਾ ਗਿਆਨ ਹੈ। ਗੁਰੂ ਸਾਹਿਬ ਜੀ ਨੇ ਇਹ ਜਾਣ ਬੁੱਝ ਕੇ ਉਹਨੂੰ ਤੋਲ ਦਿੱਤੀ ਜਾਰੀ ਹੈ। ਤੇ ਜਿਹੜਾ ਚਾਹ ਚੱਟ ਮੀਡੀਆ ਨਾ, ਉਹ ਜਾਣ ਬੁੱਝ ਕੇ ਉਹਨੂੰ ਹਥਿਆਰਾਂ ਦੀ ਗੱਲ ਬਣਾ ਕੇ ਪੇਸ਼ ਕਰ ਰਿਹਾ। ਇਹੀ ਕਿਰਪਾਨ ਮੇਰੇ ਹੱਥ 'ਚ ਹੋਵੇ ਤੇ ਮਿਲੀਟੈਂਟ, ਸ਼ਿਵ ਸੈਨਾ ਵਾਲੇ ਦੇ ਹੱਥ 'ਚ ਹੋਵੇ ਤੇ ਸੇਵਾ। ਇਹੀ ਕਿਰਪਾਨ ਕਿਸੇ ਦੂਜੇ ਦੇ ਹੱਥ 'ਚ ਹੋਵੇ ਤੇ ਆਰਮੀ, ਮੇਰੇ ਹੱਥ 'ਚ ਹੋਵੇ ਤਾਂ ਇਹ ਜਰਾਇਮ ਪੇਸ਼ਾ। ਵਜ੍ਹਾ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਸਤਰ ਤੇ ਸ਼ਾਸਤਰ ਦੀ ਦਾਤ ਦਿੱਤੀ ਹੈ। ਅਸੀਂ ਨਾ ਮਿਲੀਟੈਂਟਾਂ, ਨਾ ਅਸੀਂ ਖਾੜਕੂਆਂ, ਨਾ ਅਸੀਂ ਅੱਤਵਾਦੀਆਂ, ਅਸੀਂ ਅਕਾਲ ਪੁਰਖ ਕੀ ਫੌਜ ਸਿੱਖ ਆਰਮੀ। ਤੇ ਸਿੱਖ ਆਰਮੀ ਅਕਾਲ ਪੁਰਖ ਕੀ ਫੌਜ ਹੈ। ਤੇ ਜਿਹਨੂੰ ਸੰਵਿਧਾਨ ਦੇ ਵਿੱਚ ਸਾਰੀਆਂ ਗੱਲਾਂ ਦਿੱਤੀਆਂ ਨੇ। ਜੇ ਐਡਾ ਹੀ ਤੂੰ ਜਥੇਦਾਰ ਹੈ, ਹਥਿਆਰ ਅੱਜ ਤੂੰ ਗੁਰੂ ਹਰਗੋਬਿੰਦ ਸਾਹਿਬ ਬਣ ਕੇ ਉਹ ਗੱਲ ਕਰ ਰਿਹਾ ਆ ਵੀ ਸਿੱਖੋ ਜਵਾਨੀਆਂ ਲਿਆਓ, ਸ਼ਸਤਰ ਲਿਆਓ, ਘੋੜੇ ਲਿਆਓ ਤੇ ਪੰਥ ਨੂੰ ਬਚਾਉਣਾ ਹੈ ਜਾਂ ਪੰਥ ਵਿਰੋਧੀ ਸੋਧਣੇ ਨੇ, ਤੇ ਫਿਰ ਬਣ ਜਥੇਦਾਰ। ਫਿਰ ਲਾਇਸੈਂਸੀ ਕਿਉਂ ਕਹਿ ਰਿਹਾ ਹੈ?
ਫਿਰ ਲਾਇਸੈਂਸ ਅਕਾਲ ਤਖਤ ਤੋਂ ਬਣਾ ਕੇ ਦੇ ਨਾ, ਜਾਂ ਫਿਰ ਲਾਇਸੈਂਸ ਬਣਾ ਕੇ ਫਿਰ ਲਾਇਸੈਂਸ ਅਕਾਲ ਤਖਤ ਬਣਾਵੇ, ਚੁੱਕ ਜ਼ਿੰਮੇਵਾਰੀ ਵੀ ਸਾਰੇ ਸਾਡੇ ਕੋਲ ਆਉਣ, ਅਸੀਂ ਲਾਇਸੈਂਸ ਬਣਾ ਕੇ ਦਿੰਨੇ ਆ। ਨਾਲੇ ਸਰਕਾਰ ਤੋਂ ਲਾਇਸੈਂਸ ਲਓ, ਨਾਲੇ ਹਥਿਆਰ ਰੱਖੋ, ਨਾਲੇ ਜੂਏ ਪੀਏ ਦੇ ਕੇਸ ਪਵਾ ਕੇ ਜੇਲ੍ਹਾਂ 'ਚ ਜਾਓ। ਇਹ ਤੇ ਘਟੀਆ ਕਿਸਮ ਦੀ ਰਾਜਨੀਤੀ ਹੋ ਗਈ। ਇਸ ਲਈ ਇਹ ਅਧੂਰਾ ਗਿਆਨ, ਅਧੂਰੀ ਸਟੇਟਮੈਂਟ, ਲੋਕਾਂ ਨੂੰ ਲੱਗੇ ਕਿ ਸਰਕਾਰ ਵਿਰੋਧੀ ਹੈ, ਸਰਕਾਰ ਨੂੰ ਲੱਗੇ ਕਿ ਸਾਡੇ ਵਿਰੋਧੀ ਹੈ, ਕਿ ਇਹ ਬਦਲ ਕੇ ਮੁੜ ਕੌਮਾਂ 'ਚੋਂ ਨਿਕਲ ਕੇ ਬਾਹਰ ਆ ਸਕਣ। ਹੁਣ ਇਹ ਜਿੰਨੇ ਮਰਜ਼ੀ ਇਸ ਤਰ੍ਹਾਂ ਦੇ ਬਿਆਨ ਦੇਈ ਜਾਣ। ਇੱਕ ਹੋਰ ਜੀ, ਜਿਹੜੇ ਇਹ ਕਿਹਾ ਜਾ ਰਿਹਾ ਜਿਹੜੇ ਅੰਮ੍ਰਿਤਧਾਰੀ ਹੋਣਗੇ ਉਹੀ ਆਪਣੇ ਪਿੱਛੇ ਸਿੱਖ ਸਿੰਘ ਲਿਖਾ ਸਕਣਗੇ, ਇਹੋ ਜਿਹਾ ਵੀ ਇੱਕ ਵਿਵਾਦ ਖੜਾ ਹੈ। ਨਹੀਂ ਜੀ, ਸਿੰਘ ਸ਼ਬਦ, ਸਿੱਖ ਸ਼ਬਦ, ਗੁਰੂ ਸਾਹਿਬ ਜੀ ਨੇ ਸਿੱਖ ਨੂੰ ਹੀ ਸਿੰਘ ਸ਼ਬਦ ਦਿੱਤਾ ਹੈ, ਤੇ ਸਿੰਘ ਹੀ ਗੁਰੂ ਕਾ ਖਾਲਸਾ ਹੋ ਸਕਦਾ ਹੈ। ਕਿਰਪਾਨ ਪਾ ਕੇ ਝੂਠ ਬੋਲਣ ਵਾਲਾ ਵੀ ਪ੍ਰਵਾਨ ਨਹੀਂ ਇਸ ਘਰ 'ਚ, ਤੇ ਬਿਨਾਂ ਕਿਰਪਾਨ ਤੋਂ ਸੱਚੇ ਹੋਣ ਦਾ ਦਾਅਵਾ ਕਰਨ ਵਾਲਾ ਵੀ ਪ੍ਰਵਾਨ ਨਹੀਂ ਇਸ ਘਰ 'ਚ। ਇੱਥੇ ਤੇ ਰਹਿਣੀ ਰਹੇ ਸੋਈ ਸਿੱਖ ਮੇਰਾ ਆ, ਪਾਂਚ ਸਿੰਘ ਅੰਮ੍ਰਿਤ ਜੋ ਦੇਵੈ। ਜਦੋਂ ਪੰਜ ਕਕਾਰੀ ਤੇ ਪੰਜ ਬਾਣੀਆਂ ਦਾ ਨਿਤਨੇਮੀ ਹੁੰਦਾ ਹੈ, ਰੁਕਨਦੀਨ ਵੀ ਭਾਈ ਮਹਿਤਾਬ ਸਿੰਘ ਹੋ ਸਕਦਾ ਹੈ, ਉਹ ਰਾਮ ਜੀ ਦਾਸ ਭਗਤ ਪੂਰਨ ਸਿੰਘ ਹੋ ਸਕਦਾ ਹੈ, ਉਹ ਨੱਥੂ ਰਾਮ ਪ੍ਰੋਫੈਸਰ ਸਾਹਿਬ ਸਿੰਘ ਹੋ ਸਕਦਾ ਹੈ। ਤੇ ਜੇ ਉਹ ਇਹਨਾਂ ਗੱਲਾਂ ਦਾ ਧਾਰਨੀ ਨਹੀਂ ਤੇ ਉਹ ਬਾਦਲ ਕੋੜਮੇ ਵਿੱਚ ਵੜ ਕੇ ਭਾਵੇਂ ਫਕਰੇ ਕੌਮ ਬਣ ਜੇ, ਪਰ ਨਰੈਣੂ ਮੰਤ ਜ਼ਰੂਰ ਹੋ ਸਕਦਾ। ਬਾਦਲ ਸਾਹਿਬ ਵੱਲੋਂ ਪਿਛਲੀ ਦਿਨੀ ਜੋ ਤੇਜਾ ਸਿੰਘ ਸਮੁੰਦਰੀਵਾਲ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਇੱਕ ਹੋਕਾ ਦਿੱਤਾ ਗਿਆ, ਉਸ ਸੰਬੰਧੀ ਕੀ ਕਹਿੰਦੇ? ਉਹ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਬਾਦਲ ਕਿਆਂ ਨੂੰ ਕੌਮਾਂ 'ਚੋਂ ਕੱਢਣ ਲਈ ਅੱਜ ਪੰਥ ਚੇਤੇ ਆ ਗਿਆ। ਜਦੋਂ ਇਹਨਾਂ ਦੀ ਸਰਕਾਰ ਸੀ, ਕੇਂਦਰ 'ਚ ਭਾਈਵਾਲੀ ਸੀ, ਇਹਨਾਂ ਦੀ ਤੂਤੀ ਬੋਲਦੀ ਸੀ, ਉਦੋਂ ਤੇ ਬੰਦੀ ਸਿੰਘਾਂ ਨੂੰ ਕਹਿੰਦੇ ਸੀ ਹਵਾਰਾ ਕਾਤਲ, ਇਹੀ ਕਹਿੰਦੇ ਸੀ। ਹਾਂਜੀ। ਫਿਰ ਇਹ ਕਹਿੰਦੇ ਸੀ ਇਹਨਾਂ ਬੰਦੀਆਂ ਲਈ ਅਸੀਂ ਕੁਝ ਨਹੀਂ ਕਰ ਸਕਦੇ। ਔਰ ਜਿਹੜੇ ਬੰਦੀ ਸਿੰਘਾਂ ਲਈ ਗਏ ਉਹਨਾਂ ਤੇ ਜੂਏ ਪੀਏ ਦੇ ਕੇਸ ਪਏ। ਇਹਨਾਂ ਲੋਕਾਂ ਨੇ ਹੀ ਉਹਨਾਂ ਨੂੰ ਇੱਥੋਂ ਤੱਕ ਮਜਬੂਰ ਕੀਤਾ, ਇਹਨਾਂ ਲੋਕਾਂ ਨੇ ਜੇਲ੍ਹਾਂ 'ਚ ਰੱਖਿਆ। ਤੇ ਅੱਜ ਵੀ ਮੈਨੂੰ ਯਾਦ ਹੈ ਗੁਰਬਚਨ ਸਿੰਘ ਜਿਹੜੇ ਪਹਿਲਾਂ ਜਥੇਦਾਰ ਸੀ, ਅੱਜ ਵੀ ਜਿਉਂਦਾ ਹੀ ਹੈ, ਪੁੱਛ ਲਿਓ ਉਹਨੂੰ। ਲੁਧਿਆਣੇ ਇੱਕ ਵਿਆਹ ਦੇ ਵਿੱਚ ਅਸੀਂ ਇਕੱਠੇ ਹੋਏ ਸਾਂ, ਉਹਨਾਂ ਦਿਨਾਂ 'ਚ ਮੈਂ ਕੀਰਤਨ ਕਰਨਾ ਸੀ, ਇਹਨਾਂ ਨੇ ਉੱਥੇ ਹਾਜ਼ਰੀ ਲਵਾਉਣੀ ਸੀ ਸਾਰਿਆਂ ਨੇ। ਉਦੋਂ ਪਹਿਲਾਂ ਅਸੀਂ ਚਾਹ ਪੀਂਦੇ ਹਾਂ ਸਾਰੇ ਜਾਣੇ ਬੈਠੇ ਹੋਏ, ਗਿਆਨੀ ਮਾਨ ਸਿੰਘ ਵੀ ਉੱਥੇ ਪਹੁੰਚਦੇ ਨੇ। ਤੇ ਉਹਨਾਂ ਦਿਨਾਂ 'ਚ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠੇ ਸੀ, ਤੇ 2.5 ਮਹੀਨੇ ਮੇਰੀ ਵੀ ਡਿਊਟੀ ਇਸ ਕਰਕੇ ਕੱਟੀ ਸੀ ਕਿਉਂਕਿ ਮੈਂ, ਭਾਈ ਸੁਖਵਿੰਦਰ ਸਿੰਘ ਨਾਗੋ ਕੀ ਹੋਣੀ, ਅਸੀਂ ਸਾਰੇ ਭਾਈ ਗੁਰਬਖਸ਼ ਸਿੰਘ ਮਗਰ ਚਲੇ ਗਏ ਸੀਗੇ। ਭਾਈ ਹਰਚਰਨ ਸਿੰਘ ਵੀ ਉਹਨਾਂ ਸਮਿਆਂ 'ਚ ਨਾਲ ਗਏ ਸੀਗੇ। ਕੀ ਹੋਇਆ ਜੀ, ਗੁਰਬਚਨ ਸਿੰਘ ਮੱਕੜ ਸਾਹਿਬ ਨੂੰ ਕਹਿੰਦੇ ਆ ਵੀ ਜਿੰਨੇ ਕੁ ਬੰਦੇ ਛੁੱਟਦੇ ਆ ਕੀ ਆਪਾਂ ਉਹਨਾਂ ਨੂੰ ਛਡਾ ਕੇ ਤੇ ਆਪਾਂ ਇਹ ਰੌਲਾ ਚੁੱਪ ਕਰਾ ਸਕਦੇ ਹਾਂ, ਸਰਕਾਰ ਤੁਹਾਡੀ ਹੈ। ਤੇ ਮੱਕੜ ਕਹਿੰਦਾ ਸੀ ਕਿ ਬਾਦਲ ਸਾਹਿਬ ਕਹਿੰਦੇ ਨੇ ਵੀ ਜੇ ਇਹ ਛੱਡਣੇ ਨੇ ਤੇ ਪਹਿਲਾਂ ਮੇਰਾ ਟੱਬਰ ਮਾਰ ਦਿਓ ਕਿਉਂਕਿ ਇਹਨਾਂ ਛੱਡਣਾ ਨਹੀਂ ਬਾਹਰ ਆ ਕੇ। ਬਾਦਲ ਸਾਹਿਬ ਬਿਆਨ, ਇਹ ਬਿਆਨ ਸੀ। ਤੇ ਜੇ ਇਹ ਲੋਕ ਉੱਥੇ ਕਹਿੰਦੇ ਨੇ, ਅੱਜ ਇਹ ਕਿਹੜੇ ਮੂੰਹ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਪਏ ਆ? ਔਰ ਜਿਹੜੇ ਉੱਥੇ ਗਏ ਪਹਿਲਾਂ ਚੱਬੇ ਝੂਠ ਬੋਲ ਕੇ ਆਏ, ਹੁਣ ਇੱਥੇ ਬਹਿ ਕੇ ਝੂਠ ਬੋਲ ਕੇ, ਜਿਹੜੀ 11 ਮੈਂਬਰੀ ਸੀ ਸਰਨੇ ਕੇ ਜੀ ਕੇ ਉੱਥੇ ਦਿੱਲੀ 'ਚ ਬਾਦਲਕਿਆਂ ਨੂੰ ਗਾਲਾਂ ਕੱਢਦੇ ਨੇ, ਇੱਥੇ ਬਾਦਲਕਿਆਂ ਦੀ ਹਾਜ਼ਰੀ ਭਰਦੇ, ਚਾਹੇ ਉਹ ਬੇਬੀ ਜਥੇਦਾਰ ਹੈ ਤੇ ਚਾਹੇ ਇਹਨਾਂ ਦੇ ਖੀਸੇ 'ਚੋਂ ਨਿਕਲਿਆ ਹੋਇਆ ਪ੍ਰਧਾਨ ਧਾਮੀ ਸਾਹਿਬ ਹੈ। ਦਾਦੂਵਾਲ ਸਾਹਿਬ ਨੇ ਵੀ ਉਸ ਦਿਨ ਪਹਿਲੇ ਦਿਨ ਇਹਨਾਂ ਦੀ ਹਾਮੀ ਭਰੀ ਸੀ ਤੇ ਅਗਲੇ ਦਿਨ ਉਲਟ ਜਵਾਬ ਦੇ ਸਵਾਲ ਕਰਦੇ। ਇਹ ਮਹਾਰਾਜ ਜੀ ਸਭ ਸਟੰਟ ਨੇ ਜੀ। ਚੰਦਾ ਵੀ ਦੇਤੇ ਹੈ ਮੈਂ ਖਾਨੇ में भी जाते हैं, खुदा भी राजी रहे शैतान भी नाराज ना हो। ਇਹਨਾਂ ਦੋਗਲਿਆਂ ਤੋਂ ਪੰਥ ਸੁਚੇਤ ਹੋਵੇ, ਨਾ ਇਹਨਾਂ ਨੂੰ ਅੱਗੇ ਲਾਵੇ ਤੇ ਨਾ ਇਹਨਾਂ ਦੇ ਮਗਰ ਲੱਗੇ। ਭਾਈ ਸਾਹਿਬ, ਜਿਹੜੀਆਂ ਇੱਟਾਂ ਦੀ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਤੇ ਰਾਮ ਨਾਮ ਲਿਖਿਆ, ਕਿਸੇ ਹਿੰਦੂ ਜਥੇਬੰਦੀ ਨੇ ਇਹਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾਈ? ਇਹੀ ਕਹਿੰਦੇ ਆ ਨਾ ਜੀ, ਰਾਮ ਸ਼ਬਦ ਲਿਖ ਕੇ ਕੋਈ ਪੈਰਾਂ 'ਚ ਸੁੱਟ ਦੇ, ਇੱਥੋਂ ਤੱਕ ਕਿ ਕਿਸੇ ਗਾਂ ਨੂੰ ਸੋਟਾ ਮਾਰ ਦਿਓ, ਹਿੰਦੂ ਜਥੇਬੰਦੀਆਂ ਰੌਲਾ ਪਾਉਂਦੀਆਂ ਨੇ। ਅੱਜ ਰਾਮ ਸ਼ਬਦ ਇਹਨਾਂ ਨੇ ਲਿਖ ਕੇ ਉੱਥੇ ਗੱਡਿਆ ਹੈ, ਕੋਈ ਨਹੀਂ ਕੁਛ ਕਿਹਾ। ਇਹਦਾ ਮਤਲਬ ਵੱਡੇ ਵਿਵਾਦ ਨੂੰ ਜਨਮ ਦੇਣ ਵਾਲੇ ਨੇ। ਇਸ ਲਈ ਸਾਡਾ ਖਦਸ਼ਾ ਹੈ ਉਹਨਾਂ ਦੀ ਚੁੱਪ, ਇਹਨਾਂ ਦੀ ਮਿਲੀ ਭੁਗਤ। ਇਹ ਹੁਣੇ ਹੀ ਵਿਵਾਦ ਜਿਹੜਾ ਖਤਮ ਕਰਨਾ ਬਹੁਤ ਜ਼ਰੂਰੀ। 328 ਸਰੂਪਾਂ ਦੀ ਜੋ ਤੁਸੀਂ ਆਪ ਜੀ ਵੱਲੋਂ ਨਿਆਂ ਲੈਣ ਵਾਸਤੇ ਜੋ ਇੱਥੇ ਧਰਨਾ ਲਗਾ ਹੈ ਕਾਫੀ ਲੰਬੇ ਸਮੇਂ, ਕਿੰਨਾ ਸਮਾਂ ਹੋ ਗਿਆ? ਸਾਨੂੰ ਇੱਥੇ 19 ਮਹੀਨੇ ਹੋ ਗਏ ਜੀ। 4 ਤਰੀਕ ਨੂੰ
19 ਮਹੀਨੇ ਪੂਰੇ ਹੋ ਜਾਣੇ ਨੇ 3 ਜੂਨ ਨੂੰ। ਹਾਂਜੀ ਔਰ ਇਹਨਾਂ 19 ਮਹੀਨਿਆਂ 'ਚ ਕੈਪਟਨ ਸਾਹਿਬ ਪਾਪਾਂ ਦੀ ਪੰਡ ਬੰਨ੍ਹ ਕੇ ਲੈ ਗਏ, ਕਿਉਂਕਿ ਦੋਸ਼ੀ ਸੀ ਬਾਦਲ ਕੇ, ਤੇ ਬਾਦਲ ਕਿਆਂ ਨੂੰ ਬਚਾਉਂਦਾ ਰਿਹਾ ਕੈਪਟਨ ਸਾਹਿਬ। ਉਹਦੀ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ, ਅਦਾਲਤਾਂ ਨੇ ਸਾਨੂੰ ਤਰੀਕਾਂ ਦਿੱਤੀਆਂ ਤੇ ਸਰਕਾਰ ਜਿਹੜੀ ਸੀ ਨਾਲ ਰਹੀ। ਚੰਨੀ ਸਾਹਿਬ ਹੋਣੀ ਡੰਗ ਟਪਾਉਂਦੇ ਰਹੇ ਤੇ ਸਿੱਧੂ ਸਾਹਿਬ ਬੜਕਾ ਮਾਰਦੇ ਰਹੇ, ਕੀਤਾ ਕਿਸੇ ਨੇ ਕੁਛ ਨਹੀਂ। 328 ਸਰੂਪਾਂ ਬਾਬਤ ਹੁਣ ਆ ਗਈ ਭਗਵੰਤ ਸਿੰਘ ਮਾਨ ਦੀ ਸਰਕਾਰ। ਇਹ ਦੇਖੋ NGO ਚਲਾਉਂਦੇ ਨੇ ਕਿ ਸਰਕਾਰ ਚਲਾਉਂਦੇ ਨੇ। ਜੇ ਤਾਂ ਸਰਕਾਰ ਹੋਈ ਫਿਰ ਬੇਅਦਬੀ ਕਾਂਡ 328 ਸਰੂਪ ਜਾਂ ਹੋਰ ਜਿੰਨੇ ਵੀ ਪੰਜਾਬ ਦੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਜ਼ਰੂਰ ਤੁਰੂ। ਤੇ ਜੇ ਉਹ ਸਰਕਾਰ ਨਾ ਹੋਈ NGO ਹੋਈ ਤੇ ਫਿਰ ਉਹ ਆਟਾ ਦਾਲ ਸਕੀਮਾਂ 'ਚ ਗਵਾਚ ਕੇ ਰਹਿ ਜੂ। ਵੇਖਦੇ ਹਾਂ 19 ਮਹੀਨਿਆਂ ਤੋਂ ਬੈਠੇ ਹਾਂ, ਆਰ ਜਾਵਾਂਗੇ ਜਾਂ ਪਾਰ ਜਾਵਾਂਗੇ, ਅਸੀਂ ਉਹ ਨਹੀਂ ਜੋ ਹਾਰ ਮਹੀਨੇ ਦਾ ਸਮਾਂ ਬੀਤ ਗਿਆ, ਅਜੇ ਆਪਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ, ਨਾ SGPC ਵੱਲੋਂ ਕੋਈ ਮਿਲਿਆ ਜਾਂ ਸਰਕਾਰ ਵੱਲੋਂ ਮਿਲਿਆ। ਅੱਜ ਉਹ ਪ੍ਰੈਸ ਕਾਨਫਰੰਸ ਕੀਤੀ ਹੈ, ਕਿਤੇ ਆ ਵੀ ਇੱਥੋਂ ਤੱਕ ਹੀ ਸੀਮਿਤ ਨਾ ਰਹਿ ਜੂਗੀ। ਇਹ ਦੇਖੋ ਜੀ, ਪ੍ਰੈਸ ਜਿਹੜੀ ਆ, ਸਾਡਾ ਮਕਸਦ ਹੈ ਪ੍ਰੈਸ ਰਾਹੀਂ ਆਵਾਜ਼ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣਾ। ਜਾਗਦੇ ਹੋ ਕਿ ਸੁੱਤੇ ਹੋ, ਮਰ ਗਏ ਕਿ ਜਿਉਂਦੇ ਹੋ। ਜੇ ਜਿਉਂਦੇ ਹੋ ਤੇ ਫਿਰ ਆਪਣੇ ਫਰਜ਼ ਪਛਾਣੋ, ਨਹੀਂ ਤਾਂ ਕੁਰਸੀ ਤੇ ਬਹਿਣਾ ਹੱਕ ਛੱਡ ਦਿਓ। ਇਹ ਤੁਹਾਨੂੰ ਹੱਕ ਵੀ ਕੋਈ ਨਹੀਂ ਜੇ ਫਰਜ਼ ਅਦਾ ਨਹੀਂ ਕਰ ਸਕਦੇ। 19 ਮਹੀਨਿਆਂ ਦੇ ਵਿੱਚੋਂ 328 ਸਰੂਪਾਂ ਤੇ ਪਿਛਲੇ ਦਿਨੀ ਜਿਹੜੇ ਸਪੀਕਰ, ਉਹਨਾਂ ਦਾ ਨਾਂ ਸ਼ਾਇਦ ਕੁਲਤਾਰ ਸਿੰਘ ਹੈ, ਮੈਂ ਸੰਧਵਾ, ਉਹਨਾਂ ਦਾ ਇੱਕ ਬਿਆਨ ਆਇਆ ਸੀਗਾ ਵੀ ਅਸੀਂ 328 ਸਰੂਪਾਂ ਤੇ ਕਾਰਵਾਈ ਹੋਣੀ ਹੈ ਜਾਂ ਕਰਨੀ ਹੈ, ਪਰ ਅਜੇ ਤੱਕ ਸਾਡੇ ਤੱਕ ਕੋਈ ਨਹੀਂ। ਪਾਰਟੀ ਨੇ ਜਦ ਸੱਤਾ ਦੇ ਹੋਣ ਤੋਂ ਪਹਿਲਾਂ ਇਹੀ ਪਹਿਲਾ ਪ੍ਰਣ ਸੀ ਉਹਨਾਂ ਦਾ ਕਿ ਅਸੀਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਅੰਦਰ ਬੰਦ ਕਰਾਂਗੇ, ਪਰ ਹੁਣ ਤੱਕ ਤਾਂ ਨਾ ਦੋਸ਼ੀ ਫੜੇ ਨਾ ਬੰਦੀ ਸਿੰਘ ਛੱਡੇ, ਅਜੇ ਤੱਕ ਤੇ ਕੁਛ ਨਹੀਂ ਹੋਇਆ। ਪਰ ਫਿਰ ਵੀ ਅਸੀਂ ਕਹਿੰਦੇ ਹਾਂ ਵੀ ਦੇਖੋ, ਇਹ ਨਾ ਕਹਿਣੇ ਅਸੀਂ ਨਵੇਂ ਆਏ ਹਾਂ, ਅਜੇ ਤੇ ਸਾਨੂੰ ਊੜਾ ਏੜਾ ਹੀ ਨਹੀਂ ਆ ਰਿਹਾ ਉਹਦਾ, ਤੇ ਅਸੀਂ ਕਿੱਦਾਂ ਕਿੰਨੀ ਤਰੀਕ ਦਾ ਸਮਾਂ ਦਿੱਤਾ ਤੁਸੀਂ ਕਿਹਨਾਂ ਨੂੰ ਜੀ? ਇਹਨਾਂ ਇਹਨਾਂ ਨੂੰ 21 ਜੂਨ ਤੱਕ ਅਸੀਂ ਸਮਾਂ ਦਿੰਦੇ ਹਾਂ ਵੀ ਜਿਹੜਾ ਅਸੀਂ ਪੁੱਟ ਕੇ ਵਿਖਾਉਣਾ ਤੁਸੀਂ ਖੁਦ ਤਸੱਲੀ ਸੰਗਤ ਦੀ ਕਰਾ ਅਗਰ ਦਿਓ। 21 ਜੂਨ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਫਿਰ ਅਗਲਾ ਕੀ ਪ੍ਰੋਗਰਾਮ ਹੋਊ? ਫਿਰ ਅਸੀਂ ਉਹ ਖੁਦਾਈ ਆਪ ਕਰ ਲਾਂਗੇ ਜੀ। ਦਰਬਾਰ ਸਾਹਿਬ ਇਹਨਾਂ ਨੇ ਕਬਜ਼ਾ ਥੋੜੀ ਕੀਤਾ, ਦਰਬਾਰ ਸਾਹਿਬ ਇਹਨਾਂ ਨੂੰ ਸੇਵਾ ਸੰਭਾਲ ਲਈ, ਪ੍ਰਚਾਰ ਪ੍ਰਸਾਰ ਲਈ, ਪ੍ਰਬੰਧ ਲਈ ਦਿੱਤਾ ਹੋਇਆ ਆ, ਨਾ ਕਿ ਮਨਮਰਜ਼ੀਆਂ ਕਰਨ ਲਈ ਦਿੱਤਾ ਹੋਇਆ। ਕੋਈ ਭਵਿੱਖ ਵਿੱਚ ਕੋਈ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ, ਇਸ ਲਈ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਕਹਿਣਾ ਚਾਹੁੰਦੇ ਜੀ? ਅਸੀਂ ਭਗਵੰਤ ਸਿੰਘ ਮਾਨ ਹੋਣਾ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਵਿਵਾਦਤ ਗੱਲ ਸਾਹਮਣੇ ਆਈ ਹੈ, ਕੱਲ੍ਹ ਨੂੰ ਵੱਡਾ ਫਸਾਦ ਬਣੇ, ਤੁਹਾਡੀ ਸਰਕਾਰ ਲਈ ਸਿਰਦਰਦੀ, ਲੋਕਾਂ ਲਈ ਦੰਗੇ ਬਣ ਜਾਣ। ਇਹਨੂੰ ਇੱਥੇ ਹੀ ਰੋਕਣ ਲਈ ਸਰਕਾਰ ਆਪ ਉੱਥੇ ਦਖਲ ਦੇਵੇ, ਕਰੇ, ਨਹੀਂ ਕਰ ਸਕਦੀ ਤੇ ਪ੍ਰਸ਼ਾਸਨ ਤੋਂ ਕਰਾਵੇ, ਨਹੀਂ ਤਾਂ ਫਿਰ ਅਸੀਂ ਤਾਂ ਜਾਵਾਂਗੇ ਜੇ ਕੋਈ ਘਟਨਾ ਵਾਪਰਦੀ ਤੇ ਜ਼ਿੰਮੇਵਾਰ ਹੋਣ। ਰਾਮ ਨਾਮ ਇੱਟਾਂ ਦੀ ਆਪਾਂ ਗੱਲ ਕਰਦੇ ਹਾਂ, ਤੇ ਤੁਸੀਂ ਆਪਣੇ ਵੱਲੋਂ ਕੋਈ ਹਿੰਦੂ ਜਥੇਬੰਦੀਆਂ ਨੂੰ ਵੀ ਕੁਝ ਕਹਿਣਾ ਚਾਹੁੰਦੇ ਜੀ? ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਸਤਨਾਮ ਵਾਹਿਗੁਰੂ ਸ਼ਬਦ ਜਾਂ ਗੋਬਿੰਦ ਸ਼ਬਦ, ਅੱਲਾ ਸ਼ਬਦ, ਖੁਦਾ ਸ਼ਬਦ ਪੈਰਾਂ 'ਚ ਨਹੀਂ ਲਿਖਿਆ ਜਾ ਸਕਦਾ ਤੇ ਫਿਰ ਰਾਮ ਸ਼ਬਦ ਵੀ ਨਹੀਂ ਲਿਖਿਆ ਜਾ ਸਕਦਾ। ਹਿੰਦੂ ਜਥੇਬੰਦੀਆਂ ਵੀ ਇਸ ਗੱਲ ਦਾ ਵਿਰੋਧ ਕਰਨ ਕਿ ਰਾਮ ਸ਼ਬਦ ਜੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗਿਆ ਆ ਤੇ ਫਿਰ ਉਹ ਹਰਮੰਦਰ ਦੇ ਅੰਦਰ ਪ੍ਰਕਾਸ਼ ਹੈ, ਤੇ ਫਿਰ ਕਿਹੜੇ ਸਿਰ ਫਿਰੇ ਨੇ ਲਿਆ ਕੇ ਰਾਮ ਸ਼ਬਦ ਵਾਲੀਆਂ ਇੱਟਾਂ ਨਾਲੀਆਂ ਚਲਾ ਦਿੱਤੀਆਂ? ਕਿ ਤੁਸੀਂ ਪੁੱਛਿਆ ਉਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਉਹਨਾਂ ਨੂੰ? ਕਿਹੜੀ ਉਹਨਾਂ ਤੋਂ ਤੁਸੀਂ ਅੱਗੇ ਉਹਨਾਂ ਤੋਂ ਪੁਖਤਾ ਪ੍ਰਬੰਧ ਕੀਤੇ ਵੀ ਅਗਾਂਹ ਤੋਂ ਅਜਿਹੀ ਗਲਤੀ ਨਾ ਹੋ? ਨਾ ਪੁੱਛਣਾ, ਕਾਰਵਾਈ ਨਾ ਕਰਨੀ, ਠੰਡੇ ਬਸਤੇ 'ਚ ਪਾ ਦੇਣਾ, ਇਹਨੂੰ ਮਿਲੀ ਭੁਗਤ ਔਰ ਇਹਨੂੰ ਛੜਯੰਤਰ ਤੇ ਕੋਝੀ ਸਾਜ਼ਿਸ਼ ਕਹਿ ਸਕਦੇ ਹਾਂ।